ਕੱਢੇ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਅਮਰਦਾਸ ਗੁਰ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਰ ਅਰ ਗੁਰ ਬਿਗਨਨ ਸ੍ਰੀ ਹਰਿ ਗੋਬਿੰਦ ਸ਼ੁਭ ਸੰਵਤ ਸ੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਸ੍ਰੀ ਗੁਰੂ ਗੋਬਿੰਦ ਤਰੋਂ ਤਰਾ ਤਰ ਪੁਨ ਪੁਨ ਬੰਦੰਬਾਰ ਜਿਸ ਮੈਂ ਅੰਮ੍ਰਿਤ ਮਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਏਕ ਓੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਸਤਨਾਮ ਵਾਹਿਗੁਰੂ
ਵਾਹਿਗੁਰੂ ਜੀ। ਚੰਦ ਬਦਨ ਸੁਮਤੀ ਸਦਨ, ਕੁਮਤ ਨਿਕੰਦਨ ਉਦਾਰ। ਰੂਪ ਉਮਾ ਬਾਨੀ रमा, ਤਾਕੋ ਨਮੋ ਹਮਾਰ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਪਿਆਰੀ ਸਵਾਰੀ ਸਾਧ ਸੰਗਤ ਆਪ ਭਾਵਨਾ ਦੇ ਨਾਲ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਪਹੁੰਚੇ ਹੋ। ਰਸਨਾ ਨੂੰ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਧੰਨ ਗੁਰੂ ਨਾਨਕ ਸਾਹਿਬ ਜੀ। ਜਗਤ ਪਿਤਾ ਗਰੀਬ ਨਵਾਜ, ਦੁੱਖ ਹਰਨ ਦਇਆ ਕਰਨ ਸਤਿਗੁਰੂ ਜੀ, ਤਿਨ੍ਹਾਂ ਦੀ ਰਹਿਮਤ ਵਰਤ ਰਹੀ ਹੈ। ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ। ਕਹਿੰਦੇ ਧਿਆਨ ਲਾ ਕੇ ਜਪੀ, ਭਾਵੇਂ ਥੋੜਾ ਹੀ ਜਪੀ। ਮਹਾਰਾਜ ਫੇਰ ਕੀ ਹੋਵੇਗਾ? ਮਹਾਰਾਜ ਕਹਿੰਦੇ ਆਵ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ। ਕਹਿੰਦੇ ਧਿਆਨ ਲਾ ਕੇ ਜਪਣ ਵਾਲਾ ਇੱਜ਼ਤ ਨਾਲ ਜਾਂਦਾ ਦਰਗਾਹ 'ਚ, ਕਿਉਂਕਿ ਉੱਥੇ ਬੇਇੱਜ਼ਤੀ ਵੀ ਹੁੰਦੀ ਆ ਨਾ। ਫਿੱਕਾ ਦਰਗਹਿ ਸੁੱਟੀਐ, ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ। ਮਹਾਰਾਜ ਕਹਿੰਦੇ ਦਰਗਾਹ 'ਚ ਜੁੱਤੀਆਂ ਵੱਜਦੀਆਂ ਨੇ, ਬਹੁਤ ਕੁੱਟ ਪੈਂਦੀ ਹੈ ਫਿੱਕਾ ਬੋਲਣ ਵਾਲੇ। ਤੇ ਜਿਹੜਾ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ, ਬਾਣੀ ਨਾਲ ਜੁੜਦਾ ਹੈ, ਮਹਾਰਾਜ ਕਹਿੰਦੇ ਆਪ ਤੇ ਤਰਦਾ ਹੀ ਹੈ, ਨਾਲ ਕੁਲਾਂ ਤਰ ਜਾਂਦੀਆਂ। ਕੁਲਾਂ ਆਵ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ। ਬੜੀ ਇੱਜ਼ਤ ਦੇ ਨਾਲ ਮਹਾਰਾਜ ਕਹਿੰਦੇ ਜਾਂਦਾ। ਤੇ ਜਿਹੜੇ ਹੁਣ ਰੋਜ਼ ਕਥਾ ਸੁਣਦੇ ਜਗਿਆਸੂ ਜਾਂ ਬਾਣੀ ਨੂੰ ਪਿਆਰ ਕਰਦੇ ਆ, ਤੇ ਉਹਨਾਂ ਨੂੰ ਫਿਰ ਇਹੋ ਹੀ ਚਾਅ ਰਹਿੰਦਾ ਏ ਕਿ ਕਿਹੜਾ ਵੇਲਾ ਹੋਵੇ ਮੈਂ ਚਲਾ ਜਾਵਾਂ। ਕਿਉਂਕਿ ਕਿਸੇ ਨੂੰ ਅੱਗੇ ਕੁਛ ਦੀਦਾ ਹੋਵੇ ਨਾ, ਤੇ ਫੇਰ ਹੀ ਉਹਦਾ ਜੀਅ ਕਰਦਾ ਜਾਣ ਨੂੰ। ਤੇ ਜਗਿਆਸੂ ਜਿਹੜੇ ਮਹਾਂਪੁਰਖ ਰੱਬ ਦੇ ਪਿਆਰੇ, ਉਹ ਤੇ ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਕਹਿੰਦੇ ਦੁਨੀਆ ਡਰਦੀ ਹੈ, ਮੈਂ ਤੇ ਬੜਾ ਖੁਸ਼ ਹੈ। ਉਹ ਖੁਸ਼ ਤਾਂ ਏ, ਉਹਨੂੰ ਪਤਾ ਹੈ ਮੇਰਾ ਮਾਲਕ ਅੱਗੇ ਮੈਨੂੰ ਲੈਣ ਵਾਸਤੇ ਆਊਗਾ। ਤੇ ਇਸ ਕਰਕੇ ਕੋਈ ਵੀ ਆਸ ਹੁੰਦੀ ਹੈ ਤੇ ਸਾਰਿਆਂ ਦੀਆਂ ਆਸਾਂ ਲਾ ਕੇ ਇੱਕ ਪਰਮੇਸ਼ਰ ਦੀ ਆਸ ਰੱਖੋ। ਦੂਜਾ ਕਾਹੇ ਸਿਮਰੀਐ, ਜੰਮੇ ਤੈ ਮਰ ਜਾਏ। ਏਕੋ ਸਿਮਰੋ ਨਾਨਕਾ, ਜੋ ਜਤ ਰਹਾ ਸਮਾਏ। ਆਓ ਸਿਮਰੀਏ ਪਿਆਰਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਅਧਿਆਇ ਪੰਜਵਾਂ ਆਰੰਭ ਹੁੰਦਾ ਹੈ। ਵਾਹਿਗੁਰੂ ਸਾਹਿਬ ਜੀ ਦੋਹਰਾ। ਚੰਦ ਬਦਨ ਸੁਮਤੀ ਸਦਨ ਤੁਮਤ ਨਿਕਦਨ ਉਦਾਰ। ਐ ਚੰਦਰਮਾ ਵਰਗੇ ਸੋਹਣੇ ਮੁਖੜੀ ਬੁੱਧੀ ਦੇ ਘਰ, ਐ ਦੀਨਾ ਬੰਧੂ ਦੁੱਖਾਂ ਦੇ ਨਾਸ ਕਰਨ ਵਾਲੇ। ਬਾਣੀ ਰਮਾ ਤਾਕੋ ਨਮੋ ਹਵਾ। ਐ ਪ੍ਰਮਾਤਮਾ ਗੁਰੂ ਗਰੀਬ ਨਿਵਾਜ ਜੀਓ, ਆਪ ਜੀ ਨੂੰ ਮੇਰੀ ਨਮਸਕਾਰ ਹੈ। ਮੱਥਾ ਟੇਕਦਾ ਹਾਂ ਸਤਿਗੁਰੂ ਆਪ ਜੀ ਨੂੰ, ਕਿਉਂਕਿ ਆਪ ਜੀ ਦਇਆ ਦੇ ਦਾਤੇ ਹੋ, ਦੁੱਖ ਦੂਰ ਕਰਨ ਵਾਲੇ ਹੋ, ਦੁਖੀਆਂ ਨੂੰ ਗੱਲ ਨਾ ਲਾਉਣ ਵਾਲੇ ਹੋ, ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਬੇਸਹਾਰਿਆਂ ਨੂੰ ਸਹਾਰਾ ਦੇਣ ਵਾਲੇ ਹੋ। ਧੰਨ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਬਾਲਾ ਫਿਰ ਅੱਗੇ ਕਥਾ ਸੁਣਾ। ਹੁਣ ਫੇਰ ਕੀ ਹੋਇਆ ਇਸ ਤੋਂ ਬਾਅਦ ਦੇ ਵਿੱਚ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜਾ ਰਸ ਸੀ ਕਥਾ ਦਾ। ਗੁਰੂ ਅੰਗਦ ਸਾਹਿਬ ਜੀ ਸਮੇਂ ਸਿਰ ਹੀ ਤਿਆਰੀ ਕਰਕੇ ਬਹਿ ਜਾਂਦੇ ਸੀ, ਕਿਉਂਕਿ ਸੰਗਤ ਜੀ ਗੁਰੂ ਨਾਨਕ ਸਾਹਿਬ ਆਏ ਆ ਪਰ ਗਏ ਨਹੀਂ। ਬੜੇ ਰਹਿਬਰੀ ਪੁਰਸ਼ ਆਏ ਧਰਤੀ ਤੇ ਪਰ ਚਲੇ ਗਏ। ਗੁਰੂ ਨਾਨਕ ਸਾਹਿਬ ਆਇਆ ਜ਼ਰੂਰ ਹੈ ਪਰ ਗਿਆ। ਤੇਰੀ ਵੇਖਣ ਵਾਲੀ ਅੱਖਾਂ ਦੇ ਵਿੱਚ ਤੇਰੇ ਉਹ ਰਾਸ ਹੀ ਨਹੀਂ ਹੈ, ਉਹ ਸਰੋਤ ਹੀ ਨਹੀਂ ਹੈ ਜਿਨ੍ਹਾਂ ਦੇ ਨਾਲ ਪਿਆਰਾ ਨਜ਼ਰ ਆਉਂਦਾ ਹੈ। ਮਹਾਰਾਜ ਸਾਹਿਬ ਕਹਿੰਦੇ, ਭਾਈ ਬਾਲਾ ਸੁਣਾ ਕਥਾ। ਇਹਨੇ ਮਹਾਰਾਜ ਸੱਚੇ ਪਾਤਸ਼ਾਹ ਸੁਣਾਵਾਂਗਾ, ਕਹਿੰਦੇ ਜਲਦੀ ਸੁਣਾ। ਫਿਰ ਭਾਈ ਬਾਲਾ ਜੀ ਨੇ ਇਸ ਤਰ੍ਹਾਂ ਬਚਨ ਕੀਤੇ, ਕਹਿੰਦੇ ਮਹਾਰਾਜ ਇਸ ਤਰ੍ਹਾਂ ਕਾਫੀ ਸਮਾਂ ਬਤੀਤ ਹੋਇਆ। ਮਿਲਨ ਹੇਤ ਤਬ ਮੋੜਾ ਆਇਓ। ਕਹਿੰਦੇ ਤਲਵੰਡੀ ਤੋਂ ਚੱਲ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਸਹੁਰਾ ਸਾਹਿਬ ਮਾਤਾ ਸੁਲੱਖਣੀ ਦੇ ਪਿਤਾ ਮੂਲਾ ਚੌਣਾ ਜੀ ਆਏ ਹਨ। ਸਤਨ ਸੁਤਾ ਕੇ ਪ੍ਰਵਿਸਿਓ ਜਬਹੀ। ਔਰ ਕਹਿੰਦੇ ਹਨ ਕਿ ਜਦੋਂ ਪਿਤਾ ਜੀ ਘਰ ਵਿੱਚ ਆਏ ਨੇ, ਨੇਕ ਗੁਣਾਂ ਵਾਲੀ ਬੱਚੀ ਮਾਂ ਸੁਲੱਖਣੀ ਨੇ ਆਪਣੇ ਬਾਪੂ ਦੇ ਚਰਨ ਪਰਸੇ ਹਨ। ਔਰ ਕਹਿੰਦੇ ਹਨ ਕਿ ਜਦੋਂ ਬੱਚੀ ਨੇ ਆਪਣੇ ਬਾਪੂ ਦੇ ਕਦਮ ਛੂਏ, ਸੰਗਤੇ ਕਥਾ ਸਿਖਾਉਂਦੀ ਆ ਕੋਈ, ਤੇ ਮਿੰਤ ਵਾਲੀ ਗੱਲ ਹੈ, ਮਾਂ ਪਿਓ ਦੀ ਕਦਰ ਕਰਿਆ ਕਰੋ। ਬਹੁਤ ਦੂਰ ਚਲੇ ਜਾਣਾ ਆਉਣ ਵਾਲੀ ਪੀੜ੍ਹੀ ਨੇ, ਵੱਡੀਆਂ ਵੱਡੀਆਂ ਗਾਲਾਂ ਕੱਢਦੇ ਬੱਚੇ ਮਾਂ ਪਿਓ ਨੂੰ। ਕਸੂਰ ਕਿਹਦਾ? ਵਕਤ ਦਾ। ਜੋ ਵੇਖਣਾ ਉਹੋ ਹੀ ਸੁਣਾਉਣਾ। ਤੋ ਗੁਰੂ ਘਰ ਆ ਕੇ ਗਰੀਬੀ ਮਿਲਦੀ ਹੈ। ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ। ਗਰੀਬੀ ਕਿਹਨੂੰ ਕਹਿੰਦੇ ਭਲਾ? ਨਿਮਰਤਾ ਨੂੰ। ਇਹ ਨਹੀਂ ਵੀ ਕੱਪੜੇ ਪਾਟੇ ਪਾਈ ਫਿਰ ਨਹਾ ਧੋਣਾ, ਪੈਰਾਂ ਤੋਂ ਨੰਗਾ, ਨਹੀਂ। ਸੋਹਣੇ ਬਸਤਰ ਪਾ, ਇਸ਼ਨਾਨ ਕਰ, ਪਰ ਤੇਰੇ ਹਿਰਦੇ 'ਚ ਨੀਵਾਂਪਣ। ਇਹੀ ਗੱਲ ਉੱਥੇ ਹੋਈ ਸੀ ਜਦੋਂ ਮਹਾਰਾਜ ਮੁਲਤਾਨ ਵਿੱਚ ਗਏ ਨਾ, ਤੇ ਬਾਬੇ ਨੂੰ ਆਉਂਦਾ ਵੇਖ ਕੇ, ਤੇ ਜਿੱਥੇ ਸਮਸਤ ਬਰੇਜ ਦਾ ਤਕੀਆ ਏ ਉੱਥੇ ਮਹਾਰਾਜ ਨੇ ਡੇਰਾ ਕੀਤਾ, ਤੇ ਇੱਧਰ ਪੀਰ ਬਹਾਵਲ ਬੈਠਾ ਹੈ ਉੱਚੀ ਤਖਤ ਦੇ ਉੱਤੇ। ਬੜਾ ਨਾਂ ਸੀ ਪੀਰਾਂ ਦਾ ਗੜ੍ਹ ਹੈ ਮੁਲਤਾਨ।
ਉਹਦੇ ਚੇਲਿਆਂ ਨੇ ਆ ਕੇ ਦੱਸਿਆ, ਕਹਿੰਦੇ ਪੀਰ ਜੀ ਜਗਤ ਜੇਤੂ ਨਾਨਕ ਆ ਗਿਆ, ਤੇ ਅਜੇ ਤਾਈਂ ਇਹ ਜਿੱਥੇ ਵੀ ਪੈਰ ਪਾਉਂਦਾ ਹੀ ਉੱਥੋਂ ਖਾਲੀ ਕੋਈ ਨਹੀਂ ਜਾਂਦਾ, ਇਹ ਜਿੱਤਦਾ ਏ। ਜਗਤ ਜੇਤੂ ਦਾ ਭਾਵ ਜਿਹਨੇ ਸਾਰੀ ਸ੍ਰਿਸ਼ਟੀ ਜਿੱਤ ਲਈ ਹੈ। ਕਹਿੰਦੇ ਪੀਰ ਜੀ ਕਹਿਣ ਲੱਗੇ ਮੈਂ ਹੁਣੇ ਹਿਸਾਬ ਲਾਉਣਾ ਵੀ ਕਿੰਨੀ ਕੁ ਇਹਦੇ ਕੋਲ ਅਕਲ ਹੈ ਖੁਦਾ ਦੀ। ਤੇ ਉਹਨੇ ਫਿਰ ਆਪਣੇ ਮਰੀਦਾਂ ਨੂੰ ਆਖਿਆ ਇੱਕ ਕਟੋਰਾ ਭਰ ਲਓ ਦੁੱਧ ਦਾ, ਤੇ ਉੱਥੇ ਹੀ ਪਹੁੰਚ ਜਾਓ ਸਮਸਤ ਬਰੇਜ਼ ਦੇ ਤਕੀਏ ਦੇ ਕੋਲ। ਤੇ ਉੱਥੇ ਬਚਨ ਹਾਸੇ ਦਾ ਵੀ ਹੈ ਕਿ ਜਦੋਂ ਉਹ ਦੁੱਧ ਦਾ ਕਟੋਰਾ ਲੈ ਕੇ ਆਏ ਤੇ ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾ ਸੀ। ਮਰਦਾਨਾ ਕਹਿੰਦਾ ਬਾਬਾ ਬੰਦੇ ਬੜੇ ਚੰਗੇ ਲੱਗਦੇ ਆ, ਇਹਨਾਂ ਨੂੰ ਕਿੱਦਾਂ ਪਤਾ ਵੀ ਮੈਨੂੰ ਭੁੱਖ ਲੱਗੀ ਆ, ਇਹ ਤੇ ਸਿਆਣੇ ਹੀ ਐ ਤੇ ਦੁੱਧ ਲੈ ਕੇ ਆਉਂਦਾ। ਮਹਾਰਾਜ ਕਹਿੰਦੇ ਭੁਲੇਖੇ ਨਾ ਗੜਬਾ ਨਾ ਫੜ ਲਈ, ਚੁੱਪ ਕਰਕੇ ਬੈਠਾ ਰਹੀ, ਇਹ ਪੀਰਾਂ ਦਾ ਗੜ ਹੈ, ਇਹ ਬੜੀਆਂ ਬੜੀਆਂ ਅਜਮਤਾਂ ਦੇ ਮਾਲਕ ਹੈ, ਐਵੇਂ ਨਹੀਂ ਉਹ ਬੈਠੇ ਚੋਲੇ ਪਾ ਕੇ। ਮੈਂ ਕਹਿੰਦਾ ਠੀਕ ਹੈ ਸਤਿਕਾਰ ਕਰੋ ਜਿਹਦਾ, ਪਰ ਸਿੱਖਾ ਤੇਰਾ ਤੇ ਯਾਹਰ ਪੀਰ ਜਗਤ ਗੁਰ ਬਾਬਾ ਪੀਰਾਂ ਦਾ ਪੀਰ ਹੈ, ਤੈਨੂੰ ਤੇ ਨਹੀਂ ਚਾਹੀਦਾ ਚਿਰਾਗ ਘਰ ਚ ਕਿਸੇ ਨਿੱਕੇ ਮੋਟੇ ਦਾ, ਕਿਉਂਕਿ ਤੇਰਾ ਤਾਂ ਪੀਰ ਹੀ ਵੱਡਾ। ਤੋ ਗੜ ਪੀਰਾਂ ਦਾ ਸੀ, ਹੈ ਸਭ ਕੁਝ ਹੈ ਜੀ, ਸਾਰੇ ਸਤਿਕਾਰਯੋਗ ਆ, ਕਿਉਂਕਿ ਜਿੰਨੇ ਭਗਤੀ ਕੀਤੀ ਉਹਨੂੰ ਮੰਨਣਾ ਤੇ ਹੈਗਾ ਹੀ ਹੈ ਕਿਸੇ। ਪਰ ਇੱਕ ਮਾਣ ਵਾਲੀ ਗੱਲ ਹੈ ਕਿ ਤੁਹਾਡਾ ਯਾਹਰ ਪੀਰ ਹੈ। ਆਪਾਂ ਹੋ ਗਏ ਨਾ ਫਲਾਣਾ ਪੀਰ ਬੜਾ ਯਾਰ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਯਾਹਰ ਪੀਰ ਜਗਤ ਗੁਰ ਬਾਬਾ, ਮੇਰਾ ਬਾਬਾ ਯਾਹਰ ਹੈ, ਪ੍ਰਗਟ ਹੋ ਜਾਂਦਾ ਜਦੋਂ ਚੇਤੇ ਕਰੀਏ। ਤੇ ਮਰਦਾਨੇ ਨੂੰ ਮਹਾਰਾਜ ਕਹਿੰਦੇ ਮਰਦਾਨਾ ਭਲੀ ਬਾਤ ਕੀਤੀ, ਦੁੱਧ ਅਸਾਂ ਦੇ ਛਕਾਉਣ ਨੂੰ ਨਾ ਹੀ ਆਇਆ, ਅਸਾਂ ਦੇ ਭਜਾਉਣ ਨੂੰ ਆਇਆ। ਕਹਿੰਦੇ ਬਾਬਾ ਤੇਰੀਆਂ ਰਮਜਾਂ ਨਹੀਂ ਮੁੱਕਣੀਆਂ, ਮੇਰੀ ਜਾਨ ਮੁੱਕ ਜਾਣੀ। ਕਹਿੰਦੇ ਨਾ ਨਾ, ਢਿੱਡ ਜਿਹੜਾ ਅੱਗੇ ਰੱਖੇ ਨਾ ਤੇ ਮੂੰਹ ਰੱਖੇ, ਉਹਨੂੰ ਬਾਣੀ ਕਹਿੰਦੀ ਮੂਰਖ। ਮੂੰਹ ਪਲੱਸ ਰੱਖ। ਕਾਹਨ ਸਿੰਘ ਨਾਭਾ ਮਾਨਕੋਸ਼ ਇਹਦੇ ਅਰਥ ਕਰਦੇ ਵੀ ਮੂਰਖ ਉਹਨੂੰ ਕਹਿੰਦੇ ਜਿਹਨੇ ਢਿੱਡ ਤੇ ਜ਼ੁਬਾਨ ਬਾਹੀ ਆਉਂਦੀ। ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਵੀ ਰੱਬ ਨੇ ਅੱਖਾਂ ਵੀ ਦੋ ਦਿੱਤੀਆਂ, ਕੰਨ ਵੀ ਦੋ ਦਿੱਤੇ, ਨਾਸਕਾ ਵੀ ਦੋ ਦਿੱਤੀਆਂ, ਹੱਥ ਵੀ ਦੋ ਦਿੱਤੇ, ਇਹ ਜ਼ੁਬਾਨ ਕਿਉਂ ਇੱਕ ਦਿੱਤੀ ਆ? ਇਹਦਾ ਦ੍ਰਿਸ਼ਟਾਂਤ ਇਹ ਹਮਾਰੇ ਕਹਿੰਦੇ ਵੇਖੋ ਜ਼ਿਆਦਾ, ਸੁਣੋ ਜ਼ਿਆਦਾ, ਕਰੋ ਜ਼ਿਆਦਾ, ਬੋਲੋ ਘੱਟ, ਪਰ ਬਾਕੀ ਕੰਮ ਘੱਟ। ਦ੍ਰਿਸ਼ਟਾਂਤ ਆ ਜੀ, ਜੀਵ ਇੱਕ ਵੀ ਘੱਟ ਬੋਲਣਾ ਚਾਹੀਦਾ, ਬਹੁਤ ਘੱਟ, ਜਿਹਦੇ ਲੋੜ ਅਨੁਸਾਰ। ਐਵੇਂ ਥੋੜਾ ਵਾਰਤਰ ਮਾਰੇ ਕਹਿੰਦੇ ਬਹੁਤਾ ਬੋਲਣ ਕਮਲ ਕਦਾਉਣ ਹੁੰਦਾ। ਜਿੰਨੀ ਐਨਰਜੀ ਆਪਾਂ ਬੋਲ ਕੇ ਵੇਸਟ ਕਰਦੇ ਆ ਨਾ, ਓਨੀ ਐਨਰਜੀ ਬੰਦਗੀ 'ਚ ਵੇਸਟ ਕਰਿਆ ਕਰੋ। ਸੋਚਿਆ ਕਰੋ ਕਿ ਮੈਂ ਇੱਕ ਚੌਪਈ ਸਾਹਿਬ ਗਾ ਕੇ ਪੜ੍ਹਨਾ, ਇਕੱਲਾ ਬਹਿ ਕੇ, ਉਹ ਤਾਂ ਕੰਠ ਹੀ ਹੈ, ਏਦਾਂ ਪੜ੍ਹਨਾ ਹੈ। ਹਮਰੀ ਕਰੋ ਹਾਥ ਦੇ ਰੱਛਾ